ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਇੱਕ ਵੱਡੀ ਖਬਰ ਚਰਚਾ ਦੇ ਵਿੱਚ ਇਹ ਹੈ ਕਿ ਰਾਮ ਰਹੀਮ ਨੂੰ ਪੈਰੋਲ ਤੇ ਛੱਡਿਆ ਗਿਆ। ਉਸ ਦੇ ਬਾਰੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ। ਇਸ ਬਾਰੇ ਅਸੀਂ ਪੂਰੀ ਡਿਟੇਲ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਆਖਿਰਕਾਰ ਕਿਹੜੇ ਕਦਮ ਕਿਸ ਤਰੀਕੇ ਦੇ ਨਾਲ ਰਾਮ ਰਹੀਮ ਨੂੰ ਪੈਰੋਲ ਮਿਲੀ, ਕੀ ਕਾਰਨ ਸੀ ਤੇ ਉਸ ਤੋਂ ਬਾਅਦ ਰਾਮ ਰਹੀਮ ਹੁਣ ਕਿੱਥੇ ਹੈ। ਇਸ ਉੱਤੇ ਗੱਲਬਾਤ ਕਰਨੀ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਰਾਮ ਰਹੀਮ ਨੂੰ ਛੱਡਣ ਦਾ ਤਰੀਕਾ ਕੀ ਕੁਝ ਅਪਣਾਇਆ ਪਿਆ, ਕੀ ਕੁਝ ਪੁਲਿਸ ਨੇ ਕੀਤਾ, ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਤੇ ਕਿਉਂ ਛੱਡਿਆ ਗਿਆ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹੀ ਹੈ ਕਿ ਜਿਹੜਾ ਪੈਰੋਲ ਦਾ ਮਾਮਲਾ ਲੰਮੇ ਸਮੇਂ ਤੋਂ ਲਟਕੇ ਆ ਰਿਹਾ ਸੀਗਾ, ਕੁਝ ਐਂ ਕਹਿ ਲਓ ਸਿੱਖ ਜਥੇਬੰਦੀਆਂ ਜਾਂ ਜਿਹੜੀਆਂ ਪੰਥਕ ਧਿਰਾਂ ਖਵਾਉਂਦੀਆਂ ਨੇ ਜਾਂ ਸਿੱਖ ਕੌਮ ਹੈ, ਉਹਨਾਂ ਦੀ ਆਵਾਜ਼ ਵੀ ਸੀਗੀ ਇਹ ਕਿ ਜਿਹੜੀ ਰਾਮ ਰਹੀਮ ਨੂੰ ਪੈਰੋਲ ਨਾ ਦਿੱਤੀ ਜਾਵੇ, ਇਹਦੇ ਨਾਲ ਮਾਹੌਲ ਖ਼ਰਾਬ ਹੁੰਦਾ ਹੈ। ਅਤੇ ਹਰਿਆਣਾ ਦਾ ਪੰਜਾਬ ਸਰਕਾਰ ਵੀ ਪਹਿਲਾਂ ਇਸ ਮਸਲੇ ਦੇ ਉੱਤੇ ਚੁੱਪ ਸੀਗੀਆਂ, ਹਾਲਾਂਕਿ ਕਿਸੇ ਵੀ ਧਿਰ ਦੀ ਪੈਰਵੀ ਨਹੀਂ ਸੀ ਕਰਦੀਆਂ, ਚਾਹੇ ਉਹ ਰਾਮ ਰਹੀਮ ਦੀ ਧਿਰ ਸੀ ਅਤੇ ਚਾਹੇ ਉਹ ਸਿੱਖ ਕੌਮ ਦੀ ਧਿਰ ਸੀ, ਅਤੇ ਉਹ ਚੁੱਪੀ ਵੱਟੀ ਹੋਈ ਸੀ। ਅਤੇ ਫਿਲਹਾਲ ਹੁਣ ਤੱਕ 24 ਅਕਤੂਬਰ ਤੱਕ ਜਿਹੜੀ ਪੈਰੋਲ ਸੀਗੀ ਉਹ ਟਲੀ ਹੋਈ ਸੀਗੀ। ਲੇਕਿਨ ਹੁਣ ਜਿਹੜਾ ਨਵਾਂ ਮਾਮਲਾ ਇਹ ਸਾਹਮਣੇ ਆਇਆ ਕਿ 24 ਤਰੀਕ ਨੂੰ ਚੁੱਪ ਚਪੀਤੇ ਬਿਨਾਂ ਕਿਸੇ ਨੂੰ ਸੂਹ ਦਿੱਤਿਆਂ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਅਤੇ ਕੋਰਟ ਨੇ ਉਹਨੂੰ ਪੈਰੋਲ ਦਿੱਤੀ ਹੈ। ਉਹਨੇ ਬਹਾਨਾ ਬਣਾਇਆ ਸੀ, ਜਾਂ ਕਹਿ ਲਓ ਕਿ ਜਿਹੜਾ ਉਹਨਾਂ ਨੇ ਪੈਰੋਲ ਮੰਗਣ ਦਾ ਆਪਣਾ ਇੱਕ ਕਹਿ ਸਕਦੇ ਹਾਂ ਮੁੱਖ ਮੁੱਦਾ ਬਣਾਇਆ, ਉਹ ਸੀਗਾ ਮਾਂ ਦੀ ਤਬੀਅਤ ਖਰਾਬ ਹੋਣਾ। 24 ਅਕਤੂਬਰ ਨੂੰ ਉਹਨੂੰ ਪੈਰੋਲ ਦਿੱਤੀ ਗਈ। 24 ਅਕਤੂਬਰ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਹੈ ਅਤੇ ਉਹਨੇ ਕਿਹਾ ਕਿ ਮੇਰੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਮੈਂ ਉਹਨੂੰ ਮਿਲਣਾ ਹੈ। ਕੋਰਟ ਨੇ, ਅਦਾਲਤ ਨੇ ਉਹਨੂੰ ਜਿਹੜੀ ਇੱਕ ਦਿਨ ਦੀ ਪੈਰੋਲ ਦਿੱਤੀ ਹੈ। ਲੇਕਿਨ ਇਹ ਇੰਨਾ ਕੁ ਗੁਪਤ ਰੱਖਿਆ ਗਿਆ ਇਹ ਚੀਜ਼ ਕਿ ਇੰਨੇ ਦਿਨਾਂ ਬਾਅਦ ਇਹਦੀ ਭਿਣਕ ਲੱਗੀ ਹੈ ਮੀਡੀਆ ਨੂੰ, ਕਿ ਇੱਥੋਂ ਤੱਕ ਕਿ ਇਹ ਗੁਪਤ ਇੰਨਾ ਕੁ ਸੀਗਾ ਕਿ ਸਿਵਾਏ ਸਰਕਾਰ ਦੇ CM ਦੇ, ਹਰਿਆਣਾ ਦੇ CM ਮਨੋਹਰ ਲਾਲ ਖੱਟਰ ਅਤੇ ਉਹਨਾਂ ਦੇ ਕੁਛ ਆਫੀਸ਼ੀਅਲਸ ਜਿਹੜੇ ਹੈਗੇ ਨੇ ਸਿਕਿਉਰਿਟੀ ਪਰਪਜ਼ ਨਾਲ, ਜਿਹੜੇ ਕਹਿ ਸਕਦੇ ਹਾਈ ਆਫੀਸ਼ੀਅਲਸ ਕਹਿ ਦਿੰਦੇ, ਹਾਇਰ ਅਥਾਰਟੀ ਦੇ ਕਹਿ ਸਕਦੇ ਆਪਾਂ, ਉਹਨਾਂ ਨੂੰ ਪਤਾ ਸੀਗਾ। ਬਾਕੀ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਸੀ। ਸਾਰਿਆਂ ਨੂੰ ਗੁਪਤ ਰੱਖ ਕੇ ਇਹ ਚੀਜ਼ ਦਿੱਤੀ ਗਈ। ਉਹਨੂੰ ਸਨਾਰੀਆ ਜੇਲ੍ਹ ਦੇ ਵਿੱਚੋਂ ਇੱਕ ਬਹੁਤ ਵੱਡੀ ਸਿਕਿਉਰਿਟੀ, ਜਿਹਦੇ 3 ਯੂਨਿਟਾਂ ਕਿਹਾ ਜਾ ਰਿਹਾ, ਇੱਕ ਯੂਨਿਟ ਦੇ ਵਿੱਚ 80 ਤੋਂ 100 ਤੱਕ ਦੇ ਸੁਰੱਖਿਆ ਮੁਲਾਜ਼ਮ ਸੀਗੇ ਅਤੇ ਉਹਦੀ ਨਿਗਰਾਨੀ ਦੇ ਹੇਠ ਇੱਕ ਕਾਰ ਦੇ ਵਿੱਚ ਸੁਰੱਖਿਆ ਏਜੰਸੀਆਂ ਦੀ ਕਹਿ ਲਓ ਜਾਂ ਸੁਰੱਖਿਆ ਕਰਮਚਾਰੀਆਂ ਦੀ ਕਹਿ ਲਓ ਜਾਂ ਸੁਰੱਖਿਆ ਅਧਿਕਾਰੀਆਂ ਦੀ ਕਹਿ ਲਓ, ਕੋਈ ਵੀ ਕਾਰ ਸੀਗੀ ਉਹਦੇ ਵਿੱਚ ਲਿਆਂਦਾ ਗਿਆ ਅਤੇ ਪਰਦੇ ਲੱਗੇ ਹੋਏ ਸੀ ਕਾਰ ਨੂੰ। ਉਹਦੇ ਵਿੱਚ ਉਹਨੂੰ ਸੁਨਾਰੀਆ ਜੇਲ੍ਹ 'ਚੋਂ ਲੈ ਕੇ ਆ ਕੇ ਗਏ ਆ, ਗੁਰਗਾਉਂ ਹੌਸਪੀਟਲ ਦੇ ਵਿੱਚ ਲੈ ਕੇ ਆਉਂਦੇ ਆ ਅਤੇ ਸਿੱਧੀ ਕਾਰ ਬੇਸਮੈਂਟ ਦੇ ਵਿੱਚ ਲਾਈ ਗਈ। ਬੇਸਮੈਂਟ ਤੋਂ ਬਾਅਦ ਉਹਦੀ ਮਾਂ ਨੂੰ ਮਿਲਾਇਆ ਗਿਆ। ਗੁਰੂਗ੍ਰਾਮ ਹਸਪਤਾਲ ਦੇ ਵਿੱਚ ਉਹਨਾਂ ਦੀ ਮਾਂ ਦਾਖਲ ਸੀ। ਗੁਰੂਗ੍ਰਾਮ ਹਸਪਤਾਲ ਦੇ ਵਿੱਚ ਦਾਖਲ ਸੀਗੀ ਉਹਨਾਂ ਦੀ ਮਾਂ। ਉਹਨਾਂ ਨੂੰ ਉੱਥੇ ਸਿੱਧੀ ਬੇਸਮੈਂਟ ਦੇ ਵਿੱਚ ਕਾਰ ਲਾ ਕੇ ਉਹਨਾਂ ਨੂੰ ਸਿੱਧਾ ਉਹਦੀ ਮਾਂ ਨਾਲ ਮਿਲਾਇਆ ਗਿਆ। ਇੱਥੋਂ ਤੱਕ ਗੁਪਤ ਸੀਗੇ ਇਹ। ਅਤੇ ਜਿਹੜੇ ਉਹਦੇ ਨਾਲ ਸੁਰੱਖਿਆ ਦੇ ਕਰਮਚਾਰੀ ਸੀ, ਮੁਲਾਜ਼ਮ ਸੀ ਜੀ, ਕਹਿ ਲਓ ਕਿ ਹਾਈ ਸਿਕਿਉਰਿਟੀ ਦੇ ਮੁਲਾਜ਼ਮ ਸੀ, ਉਹਨਾਂ ਤੱਕ ਨੂੰ ਨਹੀਂ ਪਤਾ ਸੀ ਕਿ ਕਾਰ ਦੇ ਵਿੱਚ ਉਹ ਕਿਹਦੀ ਪ੍ਰੋਟੈਕਸ਼ਨ ਦੇ ਲਈ ਲਾਏ ਗਏ ਨੇ। ਅਤੇ ਉਹਨਾਂ ਤੱਕ ਨੂੰ ਨਹੀਂ ਪਤਾ ਸੀ। ਸਿਰਫ ਸਿਕਿਉਰਿਟੀ ਨਾਲ ਲਾ ਕੇ ਉਹਨੂੰ ਸਿੱਧਾ ਆਪਣੀ ਮਾਂ ਨਾਲ ਮਿਲਾਇਆ ਗਿਆ। ਅਤੇ ਇਹਦੇ ਪਿੱਛੇ ਅਸਲ ਮਕਸਦ ਕੀ ਆ, ਜਾਂ ਚੋਣਾਂ ਨੇੜੇ ਆ ਰਹੀਆਂ ਨੇ 2022 ਦਾ ਹੈ, ਜਾਂ ਕੀ ਮਕਸਦ ਸੀਗਾ ਪੈਰੋਲ ਦਾ, ਕਿਉਂ ਦਿੱਤੀ ਗਈ ਆ, ਜਦ ਕਿ ਐਡੀ ਸਿਕਿਉਰਿਟੀ ਤਹਿਤ ਦਿੱਤੀ ਗਈ ਹੈ। ਇਹਦੇ ਨਾਲ ਪਤਾ, ਇਹਦਾ ਮਤਲਬ ਤਾਂ ਇਹੀ ਸੀ ਕਿ ਸਭ ਨੂੰ ਪਤਾ ਸੀ ਕਿ ਮਾਹੌਲ ਖ਼ਰਾਬ ਹੋ ਸਕਦਾ ਅਤੇ ਜੇ ਮਾਂ ਦੀ ਜ਼ਿਆਦਾ ਤਬੀਅਤ ਖਰਾਬ ਹੁੰਦੀ ਜਾਂ ਕੁਛ ਹੁੰਦਾ ਤਾਂ ਉਹ ਪਹਿਲਾਂ ਮੀਡੀਆ 'ਚ ਵੀ ਗੱਲ ਆਉਂਦੀ ਹੁੰਦੀ ਹੈ ਕਿ ਇਹ ਚੀਜ਼ ਹੋਈ ਹੈ। ਸੋ ਇਸ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਰਿਹਾ। ਹੁਣ ਰੌਲਾ ਪਿਆ ਤਾਂ ਕੀ ਅਸਲ ਸੱਚ ਨਿਕਲ ਕੇ ਸਾਹਮਣੇ ਆਉਂਦਾ, ਜਾਂ ਤਾਂ ਉਹ ਮੀਡੀਆ ਕੋਈ ਨਾ ਕੋਈ ਗੱਲ ਕੱਢੇਗਾ ਅਤੇ ਜਾਂ ਫਿਰ ਜਿਹੜੀਆਂ ਏਜੰਸੀਆਂ ਨੇ ਜਾਂ ਪੰਥਕ ਧਿਰਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹ ਅਸਲ ਸੱਚ ਲਿਆਉਣਗੀਆਂ ਕਿ ਅਸਲ ਸੱਚੀ ਮੁੱਚੀ ਉਹਦੀ ਮਾਂ ਇੰਨੀ ਜ਼ਿਆਦਾ ਗੰਭੀਰ ਸੀ ਕਿ ਉਹਨੂੰ ਪੈਰੋਲ ਦੇਣੀ ਪਈ। ਬਿਲਕੁਲ। ਪਹਿਲਾਂ ਵੀ ਜਿਹੜਾ ਹਰਿਆਣਾ ਸਰਕਾਰ 'ਤੇ ਸਵਾਲ ਉੱਠਦੇ ਰਹੇ ਨੇ ਕਿ ਕਿਤੇ ਨਾ ਕਿਤੇ ਰਾਮ ਰਹੀਮ ਨੂੰ ਜਿਹੜਾ ਉਹ ਸੇਫ ਸਾਈਡ ਦੇਖ ਕੇ ਕਿਤੇ ਨਾ ਕਿਤੇ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ, ਜਾਂ ਉਹਦੇ ਵੱਲੋਂ ਪੈਰੋਲ ਦੀ ਜਿਹੜਾ ਜਿਸ ਤਰ੍ਹਾਂ ਦੇ ਇਲਜ਼ਾਮ ਨੇ ਉਹਦੇ ਵਿੱਚ ਲੋਕ ਵਿਰੋਧਤਾ ਬਹੁਤ ਕਰਦੇ ਨੇ ਕਿ ਰਾਮ ਰਹੀਮ ਨੂੰ ਬਾਹਰ ਨਹੀਂ ਹੋਣਾ ਚਾਹੀਦਾ। ਪਰਮਿੰਦਰ ਜੀ, ਇਸ ਮਸਲੇ ਦੇ ਉੱਤੇ ਜੇ ਆਪਾਂ ਦੂਜੇ ਪਾਸਿਓਂ ਦੇਖੀਏ, ਸਿਆਸੀ ਲਾਹੇ ਵਾਲੇ ਪਾਸੇ, ਤੁਸੀਂ ਕਿਹਾ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਰਾਮ ਰਹੀਮ ਦੇ ਜਿਹੜੇ ਉਹਦੇ ਅਨੁਆਈ ਨੇ, ਉਹਦੇ ਜਿਹੜੇ ਪੈਰੋਕਾਰ ਨੇ, ਜਿੰਨੇ ਵੀ ਨੇ, ਉਹਨਾਂ ਨੂੰ ਸ਼ਾਇਦ ਲੁਭਾਉਣ ਦੇ ਲਈ ਇੱਕ ਤਰੀਕੇ ਨਾਲ ਇੱਕ ਜ਼ਰੀਆ ਬਣਾਇਆ ਜਾ ਰਿਹਾ, ਰਾਹ ਪੱਧਰਾ ਕੀਤਾ ਜਾ ਰਿਹਾ ਕਿ ਹੁਣ ਅਸੀਂ ਰਾਮ ਰਹੀਮ ਨੂੰ ਇੱਕ ਤਰੀਕੇ ਨਾਲ, ਜਾਂ ਕਹਿ ਲਓ ਕਿ ਇਹਦਾ ਇੱਕ ਟ੍ਰੇਲਰ ਸੀ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਦਾ ਇੱਕ ਟ੍ਰੇਲਰ ਸੀ। ਇਸ ਤੋਂ ਬਾਅਦ ਇੱਕ ਪੂਰੀ ਫਿਲਮ ਲਾ ਲਓ ਕਿ ਕਈ ਦਿਨਾਂ ਦੇ ਲਈ ਵੀ ਉਹ ਪੈਰੋਲ ਮਿਲ ਸਕਦੀ ਹੈ ਰਾਮ ਰਹੀਮ ਨੂੰ, ਜਿਹਦੇ ਲਈ ਪਹਿਲਾਂ ਵੀ ਬੜੀ ਜ਼ੋਰ ਅਜਮਾਇਸ਼ ਇਹਨਾਂ ਨੇ ਕੀਤੀ ਹੈ। ਜੀ ਬਿਲਕੁਲ ਸੁਖਵਿੰਦਰ ਜੀ, ਇਹਦੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਨਾ ਕਿ ਪੈਰੋਲ ਦਾ ਮਿਲਣਾ ਇੱਦਾਂ ਨਹੀਂ ਹੁੰਦਾ। ਖਾਸ ਕਰ ਅਜਿਹੇ ਸੰਗੀਨ ਮਾਮਲਿਆਂ ਦੇ ਵਿੱਚ ਜਿੱਥੇ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਧਿਰ ਨੂੰ ਨਹੀਂ, ਬਲਕਿ ਇੱਕ ਸਮੁੱਚੇ ਸਮਾਜ ਦੇ ਲਈ
ਜਿੱਥੇ ਕੋਈ ਖਤਰਾ ਖੜਾ ਹੋ ਸਕਦਾ ਹੋਵੇ ਜਾਂ ਉਸ ਦੀ ਪੈਰੋਲ ਨੂੰ ਗੰਭੀਰ ਲਿਆ ਜਾ ਸਕਦਾ ਹੋਵੇ ਜਾਂ ਲੱਗਦਾ ਹੋਵੇ ਕਿ ਇਹਦੇ ਨਾਲ ਕੋਈ ਬਹੁਤ ਵੱਡਾ ਹਾਦਸਾ ਹੋ ਸਕਦਾ, ਕੋਈ ਘਟਨਾ ਵਾਪਰ ਸਕਦੀ ਹੈ, ਜਾਨ ਮਾਲ ਦਾ ਕਾਫੀ ਵੱਡਾ ਨੁਕਸਾਨ ਹੋ ਸਕਦਾ, ਤਾਂ ਉਹਦੇ ਵਿੱਚ ਸੰਬੰਧਿਤ ਧਿਰਾਂ ਅਦਾਲਤ ਉਹਨਾਂ ਨੂੰ ਪੁੱਛਦੀ ਹੈ ਕਿ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ। ਇਹਦਾ ਮਤਲਬ ਉਹਨਾਂ ਇਸ ਪੈਰੋਲ ਦੇ ਵਿੱਚ ਕਿਹਾ ਗਿਆ, ਸਰਕਾਰ ਵੱਲੋਂ ਵੀ, ਸੁਰੱਖਿਆ ਏਜੰਸੀਆਂ ਵੱਲੋਂ ਜਾਂ ਪੁਲਿਸ ਵੱਲੋਂ ਕਿਹਾ ਗਿਆ ਹੋਊਗਾ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਤਾਂ ਜੇ ਇਤਰਾਜ਼ ਨਹੀਂ ਹੈਗਾ ਤਾਂ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਸਿਆਸੀ ਲਾਹਾ ਲੈਣਾ, ਤਾਂ ਸਿੱਧਾ ਨਜ਼ਰ ਵੀ ਆ ਜਾਂਦਾ ਉਹ। ਹਾਲਾਂਕਿ ਪੈਰੋਲ ਭਾਵੇਂ ਸਭ ਦਾ ਹੱਕ ਬਣਦਾ, ਲੇਕਿਨ ਜਦੋਂ ਕਿਤੇ ਕੋਰਟ ਜਾਂ ਕੋਈ ਵੀ ਦੂਜੀ ਧਿਰ ਜਿਹਦੇ ਕਰਕੇ ਸਜ਼ਾ ਹੋਈ ਹੁੰਦੀ ਹੈ ਤਾਂ ਉਹ ਧਿਰਾਂ ਦੀ ਸਹਿਮਤੀ ਨਹੀਂ ਹੁੰਦੀ, ਉਦੋਂ ਤੱਕ ਕੋਰਟ ਵੀ ਜਿਹੜੀ ਹੈ, ਅਦਾਲਤ ਵੀ ਹੈ, ਉਹ ਪੈਰੋਲ ਨਹੀਂ ਦੇ ਸਕਦੀ। ਮੈਂ ਉਹੀ ਗੱਲ ਕਰਦਾ ਕਿ ਐਡਾ ਵੱਡਾ ਕੀ ਗੰਭੀਰ ਮਸਲਾ ਸੀਗਾ ਜਿਹਦੇ ਤਹਿਤ ਇਹ ਪੈਰੋਲ ਦਿੱਤੀ ਗਈ ਹੈ। ਇਹਨੂੰ ਜਿੱਦਾਂ ਤੁਸੀਂ ਕਹਿ ਰਹੇ ਕਿ ਟ੍ਰੇਲਰ ਹੈ, ਤਾਂ ਇਸ ਨਜ਼ਰੀਏ ਨਾਲ ਦੇਖਣਾ ਮੈਨੂੰ ਲੱਗਦਾ ਕੋਈ ਅਤਕਥਨੀ ਨਹੀਂ ਹੈਗੀ ਅਤੇ ਦੇਖਿਆ ਵੀ ਜਾ ਸਕਦਾ। ਇਹਦੀ ਫਿਲਮ ਜਿਹੜੀ ਆਉਣੀ ਬਾਕੀ ਹੈਗੀ ਹੈ, 2022 ਦੇ ਵਿੱਚ ਚੋਣਾਂ ਵੀ ਆ ਰਹੀਆਂ ਨੇ, ਅਤੇ ਕਿਤੇ ਨਾ ਕਿਤੇ ਆਪਣੇ ਵੋਟਰਾਂ ਨੂੰ ਲੁਭਾਉਣ ਲਈ, ਜਿਵੇਂ ਤੁਸੀਂ ਦੇਖਿਆ ਕਿ ਕਿਸਾਨੀ ਦਾ ਮੁੱਦਾ ਉੱਠਿਆ ਹੋਇਆ, ਪੰਜਾਬ ਅਤੇ ਹਰਿਆਣਾ ਦਾ ਮਸਲਾ ਚੱਲ ਰਿਹਾ ਹੈ, ਤਾਂ ਇੱਕ ਪਾਸਿਓਂ ਜੋ ਵੋਟ ਟੁੱਟਦੀ ਨਜ਼ਰ ਆਉਂਦੀ ਹੈ ਤਾਂ ਦੂਜੇ ਪਾਸਿਓਂ ਜੋੜੀ ਵੀ ਜਾ ਸਕਦੀ ਹੈ। ਹਾਲਾਂਕਿ ਡੇਰੇ ਨੇ ਜਿਹੜੇ, ਚਾਹੇ ਉਹ ਪੰਜਾਬ 'ਚ ਨੇ, ਹਰਿਆਣਾ 'ਚ ਨੇ, ਚਾਹੇ ਕੇਂਦਰ ਵੀ ਸਰਕਾਰ ਬਣਾਉਂਦਾ, ਕੇਂਦਰ 'ਚ ਕੋਈ ਵੀ ਸਿਆਸੀ ਸਰਕਾਰ ਬਣਾਉਂਦੀ ਹੈ ਪਾਰਟੀ ਜਿਹੜੀ ਹੈਗੀ ਹੈ, ਤਾਂ ਉਹ ਵੱਡੇ ਬਾਬਿਆਂ ਦੇ ਜਿਹੜੇ ਆ ਸਹਾਰੇ ਲੈਂਦੇ ਆ, ਉਹ ਡੇਰਿਆਂ ਦੇ ਸਹਾਰੇ ਲੈਂਦੇ ਆ। ਉੱਥੋਂ ਦਾ ਵੋਟ ਬੈਂਕ ਜਿਹੜਾ ਹੈਗਾ ਉਹਨਾਂ ਨੂੰ ਐਂ ਕਹਿ ਲਓ ਕਿ ਜਿੱਤ ਦੇ ਵਿੱਚ ਜਾਂ ਹਾਰ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਉਂਦਾ। ਖਾਸ ਕਰ ਡੇਰਾ ਸਿਰਸਾ ਤਾਂ ਕਾਫੀ ਜ਼ਿਆਦਾ ਪਾਪੂਲਰ ਵੀ ਹੈ ਇਸ ਗੱਲ ਪਿੱਛੋਂ ਕਿ ਰਾਜਨੀਤਿਕ ਵਿੰਗ ਹੈ ਜਿਹੜਾ ਇਹਨਾਂ ਦਾ, ਉਹ ਬਹੁਤ ਵੱਡੇ ਫੈਸਲੇ ਲੈਂਦਾ ਕਿ ਕਿੱਧਰ ਵੋਟ ਪਾਉਣੀ ਹੈ। ਅਤੇ ਕਾਫੀ ਜ਼ਿਆਦਾ ਇਹ ਵੀ ਦੇਖਿਆ ਜਾਂਦਾ ਕਿ ਬਹੁਤ ਸਾਰਾ ਜਿਹੜਾ ਨਤੀਜਿਆਂ ਦਾ ਅਸਰ ਜਾਂ ਨਤੀਜਿਆਂ ਦਾ ਨਿਰਭਰ ਹੋਣਾ ਉਹ ਡੇਰੇ ਦੀ ਵੋਟ 'ਤੇ ਵੀ ਕਰਿਆ ਜਾਂਦਾ। ਇਹ ਵੀ ਮੰਨ ਲਿਆ ਜਾਵੇ ਕਿ ਕਿਤੇ ਨਾ ਕਿਤੇ ਬੀਜੇਪੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਹੋਇਆ, ਕਿਤੇ ਨਾ ਕਿਤੇ ਰਾਮ ਰਹੀਮ ਤੋਂ ਕੋਈ ਇਹੋ ਜਿਹੀ ਬਿਆਨਬਾਜ਼ੀ ਜਾਂ ਰਾਮ ਰਹੀਮ ਕੋਈ ਇਹੋ ਜਿਹਾ ਇਕਰਾਰਨਾਮਾ ਜਾਂ ਰਾਮ ਰਹੀਮ ਕਹਿ ਦੇਣ ਕਿ ਮੈਂ ਇਹ ਕੁਝ ਕੀਤਾ, ਜਾਂ ਬਾਦਲਾਂ ਨਾਲ ਕੋਈ ਇਹੋ ਜਿਹਾ ਸਮਝੌਤਾ, ਕੋਈ ਇਹੋ ਜਿਹੀ ਗੱਲ ਸਾਹਮਣੇ ਫਿਰ ਲਿਆ ਕੇ ਸਾਹਮਣੇ ਰੱਖ ਸਕਦੇ ਨੇ ਬਾਦਲਾਂ ਨੂੰ ਹੋਰ ਖੋਰਾ ਲਾਉਣ ਲਈ। ਦੇਖੋ, ਸਿਆਸਤ ਹੈ, ਕਿਸੇ ਨੂੰ ਖੋਰਾ ਲਾਉਣ ਦੇ ਲਈ ਕੁਛ ਵੀ ਕਰਿਆ ਜਾ ਸਕਦਾ। ਆਪਾਂ ਸਿਆਸੀ ਪਾਰਟੀਆਂ ਦਾ ਤੁਸੀਂ ਇਹ ਸਾਰੇ ਜਾਣਦੇ ਹੀ ਨੇ। ਆਵਾਮ ਜਿਹੜੀ ਵੀ ਹੈ, ਕਿ ਚਾਹੇ ਉਹ ਅਮਰੀਕਾ ਦੀ ਆਵਾਮ ਹੈ, ਚਾਹੇ ਉਹ ਪੰਜਾਬ ਦੀ ਆਵਾਮ ਹੈ, ਉਹਨੂੰ ਸਭ ਪਤਾ ਹੁੰਦਾ ਕਿ ਕਿੱਥੇ ਕੀ ਹੋ ਰਿਹਾ, ਕਿ ਕਿੱਦਾਂ ਸਿਆਸੀ ਖੇਡ ਖੇਡੀ ਜਾਂਦੀ ਹੈ। ਸਿਆਸਤ ਦੇ ਬਾਰੇ ਜਾਣਕਾਰੀ ਰੱਖਦੇ ਨੇ ਸਾਰੇ ਲੋਕ, ਅਤੇ ਕੀ ਕਰਾ ਸਕਦੇ ਨੇ ਰਾਜਨੀਤਿਕ ਬੰਦੇ, ਉਹ ਵੀ ਪਤਾ ਹੁੰਦਾ। ਸੋ ਇੱਦਾਂ ਦੇ ਬਿਆਨਬਾਜ਼ੀ ਜਾਂ ਕਾਰਵਾਈਆਂ ਤਾਂ ਹੋ ਹੀ ਸਕਦੀਆਂ ਨੇ, ਪਰੰਤੂ ਇੱਕ ਤਰ੍ਹਾਂ ਨਾਲ ਇਹ ਦੇਖਿਆ ਜਾ ਸਕਦਾ ਕਿ ਜੇ ਜਿੱਦਾਂ ਇੱਕ ਪਾਸੇ ਬੇਅਦਬੀਆਂ ਹੋ ਰਹੀਆਂ ਨੇ, ਲਗਾਤਾਰ ਬੇਅਦਬੀਆਂ ਦਾ ਦੌਰ ਚੱਲ ਰਿਹਾ, ਅਤੇ ਉਹਦੇ ਖਿਲਾਫ ਜਿਹੜੀਆਂ ਨਾ ਸਿੱਖ ਜਥੇਬੰਦੀਆਂ ਕੋਈ ਐਡਾ ਪੁਖਤਾ ਕਦਮ ਚੱਕ ਸਕੀਆਂ ਨੇ, ਨਾ ਹੀ ਕੋਈ ਜਥੇਦਾਰ, ਨਾ ਹੀ ਸ਼੍ਰੋਮਣੀ ਕਮੇਟੀ, ਚਾਹੇ ਉਹ ਦਿੱਲੀ ਦੀ ਆ, ਚਾਹੇ ਹਰਿਆਣੇ ਦੀ ਆ, ਚਾਹੇ ਉਹ ਪੰਜਾਬ ਦੀ ਆ। ਆਪਣੀ ਸਟੇਟ ਦੇ ਵਿੱਚ ਜੇ ਕੁਝ ਹੁੰਦਾ ਉਹ ਬਿਆਨ ਦੇ ਕੇ ਖਤਮ ਹੋ ਜਾਂਦੀਆਂ ਨੇ। ਪਰੰਤੂ ਜਿਵੇਂ ਬੇਅਦਬੀਆਂ ਦਾ ਦੌਰ ਚੱਲਦਾ ਆ ਰਿਹਾ ਔਰ ਲਗਾਤਾਰ ਸਰਸੇ ਡੇਰੇ ਨਾਲ ਇਹਨੂੰ ਜੋੜ ਕੇ ਦੇਖਿਆ ਜਾਂਦਾ ਹੈ, ਤਾਂ ਉਹ ਕਿਤੇ ਨਾ ਕਿਤੇ ਤਾਂ ਇਹ ਜ਼ਰੂਰ ਹੋਇਆ ਕਿ ਉਹਨਾਂ ਜਿਹੜੇ ਇੱਦਾਂ ਦੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਬਲ ਮਿਲੇਗਾ। ਇਹਦੇ ਜਿੱਦਾਂ ਇਹ ਰੌਲਾ ਪਏਗਾ ਹੁਣ ਵੀ ਹਾਂ ਇੱਕ ਦਿਨ ਲਈ ਉਹ ਪੈਰੋਲ 'ਤੇ ਵਾਪਸ ਆ ਗਏ ਬਾਬਾ ਜੀ, ਡੇਰੇ ਦੇ ਮੁਖੀ, ਇੱਦਾਂ ਉਹਨਾਂ ਦੇ ਸ਼ਰਧਾਲੂ ਨੂੰ ਜੇ ਗੱਲ ਜਾਏਗੀ ਤਾਂ ਉਹਨਾਂ ਨੂੰ ਹੌਸਲਾ ਵੀ ਮਿਲੇਗਾ ਕਿ ਬਸ ਹੁਣ ਤਾਂ ਆਏ ਗਏ, ਲੈ ਆਏ ਬਾਹਰ ਆਏ, ਅਤੇ ਉਹ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਵੀ ਦੇ ਸਕਦੇ ਨੇ, ਅਤੇ ਉਹ ਸੱਚੀ ਮੁੱਚੀ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ। ਇੱਕ ਇੱਥੇ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਜਦੋਂ ਬੇਅਦਬੀ ਵਾਲੇ ਮਸਲਿਆਂ ਦੇ ਵਿੱਚ ਕਹਿੰਦੇ ਰਾਮ ਰਹੀਮ ਨੂੰ ਉੱਥੋਂ ਲਿਆ ਕੇ ਪੈਰੋਲ 'ਤੇ ਕਿਤੇ ਪੰਜਾਬ ਦੇ ਵਿੱਚ ਉਹਦੀ ਪੁੱਛਗਿੱਛ ਕੀਤੀ ਜਾਵੇ, ਲਿਆ ਕੇ ਇੱਥੇ ਪੁੱਛਿਆ ਜਾਵੇ ਕਿ ਬੇਅਦਬੀ ਦੇ ਮਸਲਿਆਂ ਦੇ ਨਾਲ ਉਹਦੇ ਤਾਰ ਕਿਸ ਤਰ੍ਹਾਂ ਜੁੜਦੇ ਨੇ, ਉਹਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਹੋਣੀ ਵੀ ਜਿਹੜੇ ਹਰਿਆਣਾ ਤੱਕ ਪਹੁੰਚ ਕੀਤੀ ਗਈ, ਪਰ ਉਦੋਂ ਕੋਈ ਹੱਥ ਪੱਲਾ ਨਹੀਂ ਫੜਾਇਆ। ਕੀ ਲੱਗਦਾ ਹੈ ਕਿ ਇਹ ਸਾਰਾ ਜਿਹੜਾ ਸਿਨੈਰੀਓ ਹੈ ਬਣਦਾ ਨਜ਼ਰ ਆ ਰਿਹਾ ਕਿ ਰਾਮ ਰਹੀਮ ਨੂੰ ਕਿਤੇ ਨਾ ਕਿਤੇ ਹੋਰ ਵੀ ਵੱਡੀ ਰਾਹਤ ਮਿਲ ਸਕਦੀ ਹੈ, ਜਾਂ ਉਦੋਂ ਕਿਉਂ ਨਹੀਂ ਰਾਹਤ ਦਿੱਤੀ ਗਈ ਕਿ ਪੰਜਾਬ ਨੂੰ ਜਿਹੜਾ ਇੱਕ ਇਹਨਾਂ ਮਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਇਹੋ ਜਿਹਾ ਸੁਰਾਗ ਮਿਲਦਾ, ਕਿਸੇ ਨਾ ਕਿਸੇ ਪਾਸੇ ਬੇਅਦਬੀ ਵਾਲੀਆਂ ਤਾਰਾਂ ਜੁੜਦੀਆਂ, ਜਿਵੇਂ ਡੇਰੇ ਤੱਕ ਪਹੁੰਚਦੀਆਂ ਨੇ ਫਿਰ ਵਾਪਸ ਆ ਜਾਂਦੀਆਂ, ਭਾਵੇਂ ਉਹ ਮੋੜ ਬੰਬ ਬਲਾਸਟ ਹੋਵੇ ਉਹ ਵੀ ਡੇਰੇ ਤੱਕ ਜਾਂਦਾ, ਫਿਰ ਉਹਦੇ ਦਰਵਾਜ਼ਿਆਂ ਤੋਂ ਵਾਪਸ ਆ ਜਾਂਦਾ। ਆਪਾਂ ਇਹ ਗੱਲ ਕਰ ਰਹੇ ਸੀ ਕਿ ਜਦੋਂ ਲਾ ਐਂਡ ਆਰਡਰ ਦੀ ਸਥਿਤੀ ਸਰਕਾਰਾਂ ਦੇ ਹੱਥ ਹੁੰਦੀ ਹੈ, ਅਤੇ ਸੂਬਾ ਸਰਕਾਰ ਜਿਹੜੀ ਹੈਗੀ ਉਹ ਭਲੀ ਭਾਂਤੀ ਜਾਣਦੀ ਸੀਗੀ ਕਿ ਜੇ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਦੀ ਇਹਨੂੰ ਲੈ ਕੇ ਆਉਂਦਾ ਤਾਂ ਮਸਲਾ ਵਿਗੜ ਸਕਦਾ। ਉਹਦੇ ਤਹਿਤ ਚਾਹੇ ਜੇ ਆਪਾਂ ਇਹ ਗੱਲ ਕਰੀਏ ਕਿ ਉਦੋਂ ਪੈਰੋਲ ਕਿਉਂ ਨਹੀਂ ਦਿੱਤੀ ਗਈ, ਉਹ ਇੱਕ ਕਾਰਨ ਬਣਦਾ, ਜਾਇਜ਼ ਵੀ ਹੈ,
ਲੇਕਿਨ ਪੁੱਛਗਿੱਛ ਜੇ ਸੱਚੀ ਮੁੱਚੀ ਕਰਾਉਣੀ ਹੁੰਦੀ ਤਾਂ ਜੇਲ੍ਹ 'ਚ ਕਿਹੜਾ ਪੁੱਛਗਿੱਛ ਨਹੀਂ ਹੁੰਦੀ, ਕਿਤੇ ਵੀ ਹੋ ਸਕਦੀ ਹੈ। ਜਦੋਂ ਇੱਥੋਂ ਉੱਠ ਕੇ ਬੰਦਾ ਦੂਜੇ ਦੇਸ਼ਾਂ 'ਚ ਜਾ ਕੇ ਪੁੱਛਗਿੱਛ ਲਈ ਕਿਸੇ ਬੰਦੇ ਨੂੰ ਜਾ ਕੇ ਫੜਦੇ ਆ ਜਾਂ ਫੜ ਕੇ ਲੈ ਆਉਂਦੇ ਆ ਦੂਜੇ ਦੇਸ਼ 'ਚ, ਤਾਂ ਇੱਥੇ ਪੁੱਛਗਿੱਛ ਲਈ ਨਹੀਂ ਜਾ ਸਕਦੀ ਕੋਈ ਟੀਮ ਹੈ ਜੋ ਵੀ ਹੈ, ਤਾਂ ਉਹ ਗੱਲ ਵੱਖਰੀ ਹੋ ਗਈ। ਹੁਣ ਪੈਰੋਲ ਦੀ ਗੱਲ ਤਾਂ ਸੀਗੀ ਕਿ ਲੋਕਾਂ ਦੀ ਸੁਰੱਖਿਆ, ਕਿਤੇ ਲੋਕ ਭੜਕ ਨਾ ਜਾਣ ਇੱਦਾਂ ਦੇ, ਖਾਸ ਕਰ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਜੇ ਕਾਨੂੰਨ ਨੇ ਦਿੱਤਾ ਆ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਰਜ਼ਾਮੰਦੀ ਜ਼ਰੂਰੀ ਹੁੰਦੀ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ। ਉਹਨਾਂ ਨੂੰ ਕੋਈ ਖਤਰਾ ਤਾਂ ਨਹੀਂ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਧਮਕੀ ਜਾਂ ਕੋਈ ਕਿਸੇ ਕਿਸਮ ਦਾ ਜਾਨੀ ਮਾਲੀ ਦੇ ਨੁਕਸਾਨ ਹੋਣ ਦਾ ਕੋਈ ਖਤਰਾ ਬਣਦਾ ਤਾਂ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ, ਅਤੇ ਐਡੀ ਸੁਰੱਖਿਆ ਤਹਿਤ ਲਿਆਉਣ ਦੀ ਜ਼ਰੂਰਤ ਕੀ ਸੀ। ਅਤੇ ਇਹ ਚੀਜ਼ਾਂ ਸਾਰੀਆਂ ਦੇਖਣੀਆਂ ਚਾਹੀਦੀਆਂ ਨੇ, ਪੀੜਤਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਉਹਨਾਂ ਦੀ ਮਰਜ਼ੀ ਲਈ ਗਈ ਹੈ ਜਾਂ ਪੁੱਛੀ ਗਈ ਹੈ ਸਰਕਾਰ ਵੱਲੋਂ ਜਾਂ ਕਿਸੇ ਨੁਮਾਇੰਦੇ ਵੱਲੋਂ। ਸੋ ਇਹ ਚੀਜ਼ਾਂ ਸਾਰੀਆਂ ਜੋੜ ਕੇ ਦੇਖਣੀਆਂ ਬਹੁਤ ਜ਼ਰੂਰੀ ਨੇ। ਪੈਰੋਲ ਦੇਣਾ ਜੇ ਕਿਸੇ ਦਾ ਹੱਕ ਬਣਦਾ ਤਾਂ ਉਹਨੂੰ ਇਸੇ ਤਹਿਤ ਦਿੱਤਾ ਜਾ ਸਕਦਾ ਪੈਰੋਲ ਕਿ ਉਹਦਾ ਕਿਸੇ ਬਾਹਰ ਆਉਣਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਕੋਈ ਵੀ ਧਿਰ ਉਹਦੇ ਅਗੇਂਸਟ ਨਹੀਂ ਹੈ। ਲੇਕਿਨ ਦੌਰ ਲਗਾਤਾਰ ਚੱਲਦਾ ਰਿਹਾ ਬੇਅਦਬੀਆਂ ਦਾ, ਜਿਹੜੇ ਤੁਸੀਂ ਕਿਹਾ ਧਮਾਕੇ ਦਾ, ਮੋੜ ਧਮਾਕੇ ਦਾ ਵੀ ਤਾਰ ਜੁੜਦੇ ਰਹੇ ਆ। ਅਤੇ ਹਾਲਾਂਕਿ ਜਿਹੜੇ ਤੁਸੀਂ ਦੇਖਿਆ ਕੁਛ ਕੁ ਬੰਦੇ ਇੱਦਾਂ ਦੇ ਨੇ ਜਿਹੜੇ ਡੇਰੇ ਨਾਲ ਸੰਬੰਧਿਤ ਸੀਗੇ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਕਿਸੇ ਮਾਮਲੇ ਦੇ ਵਿੱਚ, ਹਾਲੇ ਵੀ ਉਹਨਾਂ ਨੂੰ ਭਗੌੜਾ ਵਗੈਰਾ ਕਰਾਰ ਦਿੱਤਾ ਗਿਆ ਹੈ। ਸੋ ਉਹ ਇਹ ਚੀਜ਼ਾਂ ਸਾਰੀਆਂ ਆਲਰੇਡੀ ਰਾਮ ਰਹੀਮ 'ਤੇ ਵੀ ਕੇਸ ਬੜੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਅਜੇ ਫੈਸਲਾ ਹੋਣਾ ਬਾਕੀ ਹੈ। ਬਿਲਕੁਲ ਉਹ ਚੀਜ਼ਾਂ ਸਾਰੀਆਂ ਮੇਰੇ ਖਿਆਲ ਨਾਲ ਇਹ ਚੀਜ਼ਾਂ ਇੱਦਾਂ ਦੀਆਂ ਨਹੀਂ ਸੀਗੀਆਂ ਵੀ ਕਿ ਇਹਨੂੰ ਪੈਰੋਲ ਦਿੱਤੇ ਇੱਕਦਮ ਦੇ ਕੇ ਚੁੱਪ ਚਪੀਤੇ ਪੈਰੋਲ ਦੇ ਕੇ ਅੰਦਰ ਫਿਰ ਦੁਬਾਰਾ ਲੈ ਕੇ ਜਾਇਆ ਜਾ ਸਕਦਾ ਸੀ। ਬਿਲਕੁਲ ਸ਼ੁਕਰੀਆ, ਧੰਨਵਾਦ। ਸੋ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਕਿ ਰਾਮ ਰਹੀਮ ਨੂੰ ਆਖਿਰਕਾਰ ਪੈਰੋਲ ਕਿਉਂ ਦਿੱਤੀ ਗਈ, ਉਹ ਵੀ ਚੁਪੀਤੇ ਜਿਹੜਾ 24 ਅਕਤੂਬਰ ਨੂੰ ਪੈਰੋਲ ਦਿੱਤੀ, ਤਕਰੀਬਨ ਅੱਜ 2 ਹਫ਼ਤੇ ਹੋਣ ਵਾਲੇ ਹੋ ਗਏ। ਅਤੇ ਹੁਣ ਇਸ ਗੱਲ ਦੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਸਾਰੀ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਤੇ ਸਮਝੌਤਾ ਤਾਂ ਨਹੀਂ ਹੋਇਆ ਕਿਤੇ ਬੀਜੇਪੀ ਨਾਲ। ਮਨੋਹਰ ਲਾਲ ਖੱਟਰ ਸਰਕਾਰ ਜਿਹੜੀ ਹੈ ਉਹ ਕਿਉਂ ਰਾਮ ਰਹੀਮ ਦੇ ਸਿਰ 'ਤੇ ਹੱਥ ਰੱਖ ਰਹੀ ਹੈ, ਕਿਉਂ ਉਸ ਨੂੰ ਪੈਰੋਲ 'ਤੇ ਜਿਹੜਾ ਗੁਪਚੁਪ ਤਰੀਕੇ ਦੇ ਨਾਲ ਉਹਦੀ ਮਾਂ ਨਾਲ ਹਸਪਤਾਲ ਵਿੱਚ ਮਨਾ ਦਿੱਤਾ ਗਿਆ। ਇਸ ਸਭ ਦੇ ਉੱਤੇ ਸਵਾਲ ਉੱਠਦੇ ਨੇ। ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਬਾਲ ਆਉਣ ਵੱਲ ਸੰਕੇਤ ਨਜ਼ਰ ਆ ਰਹੇ ਨੇ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਕ੍ਰਾਂਤੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।